ਭਾਰਤ ਦੇ ਵਿੱਚ ਕੋਰੋਨਾ ਕਾਰਨ ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ ਮੌਤਾਂ ਦਰਜ ਹੋਈਆਂ ਨੇ। ਪ੍ਰਭਾਵਿਤ ਦੇਸ਼ਾਂ ਦੀ ਸੂਚੀ ਦੇ ਵਿੱਚ ਭਾਰਤ 6ਵੇਂ ਨੰਬਰ ਤੇ ਹੈ। ਇਹ ਸਭ ਉਸ ਸਮੇਂ ਹੋ ਰਿਹਾ ਹੈ ਜਦੋਂ ਅਨਲੌਕ 1 ਦੇ ਤਹਿਤ ਵੱਖ-ਵੱਖ ਰਾਹਤਾਂ ਦਿੱਤੀਆਂ ਜਾ ਰਹੀਆਂ ਨੇ। ਕੋਰੋਨਾ ਦਾ ਕਹਿਰ ਜਾਰੀ, 24 ਘੰਟਿਆਂ 'ਚ 331 ਮੌਤਾਂ। ਜਦੋਂ ਦਾ ਕੋਰੋਨਾ ਆਇਆ ਇਹ ਪਹਿਲੀ ਦਫਾ ਸੀ ਕਿ ਮੁਲਕ 'ਚ ਮੌਤਾਂ ਦਾ ਅੰਕੜਾ 300 ਤੋਂ ਪਾਰ ਹੋਇਆ ਹੋਵੇ। ਜਾਨਲੇਵਾ ਬਣਿਆ ਕੋਰੋਨਾ ਵਾਇਰਸ ਹੁਣ ਪਲ-ਪਲ ਦੇਸ਼ ਦੀ ਫਿਕਰ ਵਧਾ ਰਿਹਾ ਹੈ। ਭਾਰਤ 'ਚ 2,66,000 ਤੋਂ ਵੱਧ ਕੋਰੋਨਾ ਮਰੀਜ਼ ਨੇ। ਭਾਰਤ 'ਚ 1,29,000 ਤੋਂ ਵੱਧ ਐਕਟਿਵ ਕੇਸ ਨੇ। ਭਾਰਤ 'ਚ 7,466 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। 2.5 ਮਹੀਨਿਆਂ ਬਾਅਦ ਜਦੋਂ ਲਾਕਡਾਊਨ ਦੇ ਬਾਅਦ ਦੇਸ਼ ਅਨਲੌਕ ਵੱਲ ਵਧਿਆ, ਧਾਰਮਿਕ ਥਾਵਾਂ, ਸ਼ਾਪਿੰਗ ਮਾਲ ਅਤੇ ਰੈਸਟੋਰੈਂਟ ਖੁੱਲ੍ਹ ਗਏ ਨੇ, ਪਰ ਬੀਤੇ 10 ਦਿਨਾਂ 'ਚ ਜਿਸ ਤੇਜ਼ੀ ਨਾਲ ਮਰੀਜ਼ਾਂ ਦੀ ਗਿਣਤੀ ਵਧੀ ਹੈ ਉਹ ਫਿਕਰ ਵਧਾਉਣ ਵਾਲੀ ਹੈ। 10 ਦਿਨ ਦੇ ਅੰਦਰ 8,000 ਤੋਂ 10,000 ਦੇ ਦਰਮਿਆਨ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋਇਆ। ਦੇਸ਼ ਦੇ ਵਿੱਚ ਕੁੱਲ ਮਾਮਲਿਆਂ ਦੇ 27% ਕੇਸ 31 ਮਈ ਤੋਂ 8 ਜੂਨ ਦੇ ਦਰਮਿਆਨ ਰਿਕਾਰਡ ਕੀਤੇ ਗਏ ਨੇ ਅਤੇ ਇਸੇ ਹਫ਼ਤੇ ਦਰਮਿਆਨ ਕੇਸ ਵਧਣ ਦੀ ਦਰ ਦੇ ਵਿੱਚ ਇਜ਼ਾਫਾ ਹੋਇਆ ਅਤੇ ਕੋਈ ਕਮੀ ਦਰਜ ਨਹੀਂ ਕੀਤੀ ਗਈ। 1 ਜੂਨ ਨੂੰ 230 ਮੌਤਾਂ ਹੋਈਆਂ, 8,392 ਮਰੀਜ਼ ਆਏ। 2 ਜੂਨ ਨੂੰ 204 ਮੌਤਾਂ ਹੋਈਆਂ, 8,171 ਨਵੇਂ ਮਰੀਜ਼ ਆਏ। 3 ਜੂਨ ਨੂੰ 217 ਲੋਕਾਂ ਨੇ ਕੋਰੋਨਾ ਕਰਕੇ ਜਾਨ ਗਵਾਈ ਤਾਂ ਉਧਰ 8,909 ਨਵੇਂ ਮਰੀਜ਼ ਆਏ। 4 ਜੂਨ ਨੂੰ 260 ਲੋਕਾਂ ਦੀ ਮੌਤ ਹੋਈ ਜਦੋਂ ਕਿ 9,304 ਕੋਰੋਨਾ ਪੋਜ਼ਿਟਿਵ ਕੇਸ ਸਾਹਮਣੇ ਆਏ। 5 ਜੂਨ ਨੂੰ 273 ਲੋਕਾਂ ਨੇ ਕੋਰੋਨਾ ਕਰਕੇ ਜਾਨ ਗਵਾਈ ਅਤੇ 9,851 ਨਵੇਂ ਕੋਰੋਨਾ ਪੋਜ਼ਿਟਿਵ ਕੇਸ ਆਏ। 6 ਜੂਨ ਨੂੰ ਮਰਨ ਵਾਲਿਆਂ ਦਾ ਅੰਕੜਾ 294 ਹੋ ਗਿਆ ਜਦੋਂ ਕਿ 9,887 ਨਵੇਂ ਕੇਸ ਸਾਹਮਣੇ ਆਏ। 7 ਜੂਨ ਨੂੰ 287 ਲੋਕਾਂ ਨੇ ਕੋਰੋਨਾ ਕਰਕੇ ਜਾਨ ਗਵਾਈ ਤਾਂ ਉਧਰ 9,971 ਨਵੇਂ ਕੇਸ ਸਾਹਮਣੇ ਆਏ। 8 ਜੂਨ ਨੂੰ ਕੋਰੋਨਾ ਕਰਕੇ ਮਰਨ ਵਾਲਿਆਂ ਦਾ ਅੰਕੜਾ 206 ਹੋ ਗਿਆ ਜਦੋਂ ਕਿ ਨਵੇਂ ਕੇਸਾਂ ਦਾ ਅੰਕੜਾ 9,983 ਤੇ ਪਹੁੰਚ ਗਿਆ। 9 ਜੂਨ ਨੂੰ ਪਹਿਲੀ ਵਾਰ ਦੇਸ਼ ਦੇ ਵਿੱਚ ਸਭ ਤੋਂ ਵੱਧ ਮੌਤਾਂ 331 ਦਰਜ ਕੀਤੀਆਂ ਗਈਆਂ ਤਾਂ ਉਧਰ 24 ਘੰਟਿਆਂ 'ਚ ਸਭ ਤੋਂ ਵੱਧ ਸਾਹਮਣੇ ਆਏ ਕੇਸ 9,987 ਦਰਜ ਕੀਤੇ ਗਏ। 25 ਮਈ ਤੋਂ ਦੇਸ਼ ਦੇ ਵਿੱਚ ਹਵਾਈ ਸੇਵਾ ਬਹਾਲ ਕੀਤੀ ਗਈ ਅਤੇ 1 ਜੂਨ ਤੋਂ ਰੇਲ ਸੇਵਾ ਅਤੇ ਅੰਕੜੇ ਬਿਆਨ ਕਰਨ ਲਈ ਕਾਫੀ ਨਹੀਂ ਕਿ ਜੋ ਵਾਧਾ ਕੇਸਾਂ ਦੇ ਵਿੱਚ ਹੋਇਆ ਉਹ ਇਸੇ ਵਕਤ ਦਰਮਿਆਨ ਹੋਇਆ। ਇਨ੍ਹਾਂ ਅੰਕੜਿਆਂ ਦੇ ਮੁਤਾਬਿਕ ਔਸਤਨ ਪ੍ਰਤੀ ਦਿਨ ਕੋਰੋਨਾ ਕਰਕੇ ਦੇਸ਼ ਦੇ ਵਿੱਚ 200 ਮੌਤਾਂ ਹੋਈਆਂ ਨੇ ਅਤੇ ਭਾਰਤ 'ਚ ਹੁਣ ਤੱਕ ਹੋਣ ਵਾਲੀਆਂ ਮੌਤਾਂ 'ਚੋਂ 25% ਪਿਛਲੇ 10 ਦਿਨਾਂ ਦੇ ਵਿੱਚ ਹੋਈਆਂ ਨੇ। 30 ਜਨਵਰੀ ਨੂੰ ਭਾਰਤ ਦੇ ਵਿੱਚ ਪਹਿਲਾ ਕੇਸ ਸਾਹਮਣੇ ਆਇਆ ਸੀ। 19 ਮਈ ਨੂੰ ਭਾਰਤ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 1 ਲੱਖ ਤੋਂ ਪਾਰ ਹੋਈ ਸੀ। 3 ਜੂਨ ਨੂੰ ਕੋਰੋਨਾ ਪੀੜਤਾਂ ਦਾ ਅੰਕੜਾ 2 ਲੱਖ ਤੋਂ ਪਾਰ ਹੋ ਗਿਆ ਸੀ। ਦੇਸ਼ ਦੇ ਵਿੱਚ ਰਿਕਵਰੀ ਰੇਟ 48.20% ਹੈ ਤਾਂ ਉਧਰ ਕੋਰੋਨਾ ਕਰਕੇ ਹੋਣ ਵਾਲੀਆਂ ਮੌਤਾਂ ਦੀ ਦਰ 2.80% ਹੈ। ਤਾਂ ਉਧਰ ਜੇਕਰ ਸਭ ਤੋਂ ਵੱਧ ਪ੍ਰਭਾਵਿਤ ਸੂਬਿਆਂ ਤੇ ਗੌਰ ਕਰੀਏ ਤਾਂ ਮਹਾਰਾਸ਼ਟਰ ਦੇ ਵਿੱਚ ਹੁਣ ਤੱਕ 3169 ਮੌਤਾਂ ਹੋ ਚੁੱਕੀਆਂ ਨੇ। ਗੁਜਰਾਤ ਦੇ ਵਿੱਚ 1280 ਮੌਤਾਂ ਹੋਈਆਂ ਨੇ ਜਦੋਂ ਕਿ ਦਿੱਲੀ ਦੇ ਵਿੱਚ ਇਹ ਅੰਕੜਾ 874 ਹੈ। ਮੱਧ ਪ੍ਰਦੇਸ਼ ਦੇ ਵਿੱਚ 414 ਮੌਤਾਂ ਨੇ ਅਤੇ ਪੱਛਮ ਬੰਗਾਲ ਦੇ ਵਿੱਚ 405। ਕੁੱਲ ਮੌਤਾਂ 'ਚੋਂ 93% ਮੌਤਾਂ 8 ਸੂਬਿਆਂ 'ਚ ਹੋਈਆਂ ਨੇ। महाराष्ट्र, गुजरात, दिल्ली, मध्य प्रदेश, पश्चिम बंगाल, उत्तर प्रदेश, तमिलनाडु ਅਤੇ ਰਾਜਸਥਾਨ ਉਹ ਸੂਬੇ ਨੇ ਜਿੱਥੇ ਸਭ ਤੋਂ ਵੱਧ ਮੌਤਾਂ ਹੋਈਆਂ ਨੇ।
ਮਹਾਰਾਸ਼ਟਰ ਦੇ ਵਿੱਚ 43% ਮਰੀਜ਼ਾਂ ਦੀ ਮੌਤ ਹੋਈ ਹੈ। ਗੁਜਰਾਤ ਦੇ ਵਿੱਚ 18% ਮੌਤਾਂ ਹੋਈਆਂ ਨੇ ਅਤੇ ਦਿੱਲੀ ਦੇ ਵਿੱਚ 11%। ਦੇਸ਼ ਦਾ ਬੇਹਾਲ ਹੈ ਹੀ ਤਾਂ ਉਧਰ ਰਾਜਧਾਨੀ ਦਿੱਲੀ ਨੂੰ ਵੀ ਕੋਰੋਨਾ ਨੇ ਦਹਿਲਾਇਆ ਹੋਇਆ ਹੈ। ਸਾਵਧਾਨੀ ਵਰਤਣ ਦੀ ਤਾਕੀਦ ਵਕਤ ਤੇ ਹੋ ਰਹੀ ਹੈ। ਅਨੁਮਾਨ ਲਾਇਆ ਜਾ ਰਿਹਾ ਹੈ ਕਿ 31 ਜੁਲਾਈ ਤੱਕ ਸਿਰਫ ਦਿੱਲੀ 'ਚ 5.5 ਲੱਖ ਤੱਕ ਕੋਰੋਨਾ ਪੋਜ਼ਿਟਿਵ ਕੇਸਾਂ ਦਾ ਆંકੜਾ ਪਹੁੰਚ ਜਾਏਗਾ। ਜੇਕਰ ਦਿੱਲੀ ਨੂੰ ਦੇਸ਼ ਦੇ ਮੁਕਾਬਲੇ ਆਂਕਿਆ ਜਾਵੇ ਤਾਂ ਦਿੱਲੀ ਦੇ ਵਿੱਚ ਐਕਟਿਵ ਕੇਸ 58.5% ਨੇ, ਜਦੋਂ ਕਿ ਦੇਸ਼ ਦੇ ਵਿੱਚ ਇਹ ਦਰ 49% ਹੈ। ਤਾਂ ਉਧਰ ਠੀਕ ਹੋਣ ਦੀ ਦਰ ਦਿੱਲੀ ਦੇ ਵਿੱਚ 38.5% ਹੈ, ਜਦੋਂ ਕਿ ਦੇਸ਼ ਦੇ ਵਿੱਚ ਇਹ ਦਰ 48% ਹੈ। ਮੌਤ ਦੀ ਦਰ ਦਿੱਲੀ ਦੇ ਵਿੱਚ 2.75% ਹੈ ਤਾਂ ਦੇਸ਼ ਦੇ ਵਿੱਚ ਮੌਤ ਦਰ 2.81% है। 12-13 दिन में दिल्ली में कोरोना के केसेस डबल हो जा रहे हैं। अभी जो डेटा प्रेजेंट किया गया उसमें ये बताया गया कि 30 जून तक दिल्ली में 15,000 बेड्स की आवश्यकता होगी, 15 जुलाई तक 33,000 बेड्स की आवश्यकता होगी और 31 जुलाई तक 80,000 बेड्स की आवश्यकता होगी। 15 जून तक 44,000 केसेस होंगे और करीब 6,600 बेड्स की आवश्यकता होगी। 30 जून तक 1 लाख केसेस पहुंच जाएंगे और 15,000 बेड्स की आवश्यकता होगी। 15 जुलाई तक करीब 2.25 लाख केसेस हो जाएंगे और 33,000 बेड्स की आवश्यकता होगी। 31 जुलाई तक करीब 5.5 लाख केस पहुंच जाएंगे दिल्ली में और उसके लिए करीब 80,000 बेड्स की आवश्यकता होगी। ये तब है जबकि अब तक थोड़े दिन पहले तक लॉकडाउन चल रहा था और अभी तक दिल्ली के हॉस्पिटल्स में दिल्ली के ही जो निवासी हैं, वो चाहे कहीं से भी, जो आदमी आज दिल्ली में रह रहा है वही दिल्ली के हॉस्पिटल तक आ पा रहा था, जो दिल्ली सरकार के प्राइवेट हॉस्पिटल्स हैं। इसीलिए कैबिनेट ने, दिल्ली की कैबिनेट ने निर्णय लिया था कि अभी कुछ समय तक, जब तक कोविड की परेशानी है, आगे आने वाले समय में जब 15,000 बेड्स की आवश्यकता होगी, 33,000 बेड्स की आवश्यकता होगी, 80,000 बेड्स की आवश्यकता होगी जुलाई के एंड तक, तो इनको दिल्ली के जो आज लोग दिल्ली में रह रहे हैं उनके लिए ही मैनेज करके रिजर्व रखा जाए, उनके लिए ही सीमित रखा जाए। लेकिन कल एलजी साहब ने उस फैसले को पलट दिया था। जब आज एलजी साहब से डीडीएम की मीटिंग में हमने रिक्वेस्ट किया कि साहब आपने कल ये फैसला पलटा, तो उससे पहले आपने अपेक्षा की होगी, कुछ आकलन किया होगा कि कितने केस बढ़ेंगे, बाहर से कितने केसेस आएंगे, उसका भी उनके पास कोई आइडिया तो नहीं था। मैंने उनसे ये भी रिक्वेस्ट किया कि सर, हो सकता है आपने इस बात का भी आकलन किया होगा कि कितने बेड्स की आवश्यकता पड़ेगी वैसी स्थिति में जब सारे देश से दिल्ली में केस आएंगे, तो उसका भी उनके पास आकलन नहीं था। इतना ज़रूर है कि अगर पुराने ग्रोथ रेट को माने दिल्ली में, तो 12.6 डेज पर जो डबल होने का है, उसमें सबकी सहमति थी कि आने वाले समय में 30 जून तक दिल्ली में 15,000 बेड्स चाहिएंगे, 15 जुलाई तक 33,000 और 31 जुलाई तक 80,000 बेड्स चाहिएंगे। दिल्ली के अंदर अब हम टेक्निकलिटी में ना जाएं, और कल एम्स के डायरेक्टर ने खुद कहा था कि दिल्ली के कंटेनमेंट जोन्स में कम्युनिटी स्प्रेड है, परंतु क्योंकि टेक्निकल इशू है और इसके बारे में फैसला केंद्र सरकार ही कर सकती है, वही बता सकते हैं कि कम्युनिटी स्प्रेड है या नहीं। हम तो कहते हैं स्प्रेड है, हम तो ये कह सकते हैं भाई स्प्रेड है, दिल्ली में बढ़ रहा है, बहुत तेजी से बढ़ रहा है। अब उसका वर्ड, जो कम्युनिटी स्प्रेड वर्ड यूज करने की अधिकार तो केंद्र सरकार के पास, वही बता पाए। ਦੇਸ਼ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਦੀ ਲਿਸਟ ਦੇ ਵਿੱਚ 6ਵੇਂ ਨੰਬਰ ਤੇ ਹੈ। ਜਿਨ੍ਹਾਂ ਦੇਸ਼ਾਂ 'ਚ ਕਰੋਨਾ ਫੈਲਣ ਦੀ ਦਰ ਵੱਧ ਹੈ, ਉਸ ਲਿਸਟ ਦੇ ਵਿੱਚ ਦੇਸ਼ ਤੀਜੇ ਨੰਬਰ ਤੇ ਹੈ। ਰਾਜਧਾਨੀ ਸਣੇ ਵੱਡੇ ਸ਼ਹਿਰਾਂ ਨੂੰ ਕਰੋਨਾ ਨੇ ਪਰੇਸ਼ਾਨ ਕੀਤਾ ਹੋਇਆ ਹੈ। ਦੇਸ਼ ਮੁੜ ਤੋਂ ਰਫ਼ਤਾਰ ਫੜਨ ਦੀ ਤਿਆਰੀ 'ਚ ਹੈ, ਪਰ ਸਵਾਲ ਅਜੇ ਵੀ ਬਰਕਰਾਰ ਹੈ ਕਿ ਬੇਲਗਾਮ ਹੁੰਦੇ ਕਰੋਨਾ ਦੀ ਲਗਾਮ ਕਿਵੇਂ ਕੱਸੀ ਜਾਏਗੀ। ਫਿਲਹਾਲ ਹੁਣ ਸਮਾਂ ਇੱਕ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਮੁੜ ਹੋਣਾ ਜਲਦ ਹਾਜ਼ਰ। ਪੰਜਾਬ ਦੇ ਵਿੱਚ ਵੀ ਕਰੋਨਾ ਕਾਰਨ ਹਾਲਾਤ ਸੁਖਾਵੇਂ ਨਹੀਂ। 26 ਮਈ ਨੂੰ ਸੂਬੇ ਦੇ ਵਿੱਚ 6 ਜ਼ਿਲ੍ਹੇ ਕਰੋਨਾ ਮੁਕਤ ਸੀ, ਪਰ ਹੁਣ ਮੌਜੂਦਾ ਸਮੇਂ ਦੇ ਵਿੱਚ ਸਿਰਫ ਇੱਕ ਜ਼ਿਲ੍ਹਾ ਕਰੋਨਾ ਮੁਕਤ ਹੈ।
26 ਮਈ ਨੂੰ ਪੰਜਾਬ ਦੇ ਵਿੱਚ 6 ਜ਼ਿਲ੍ਹੇ ਕਰੋਨਾ ਮੁਕਤ ਸਨ। ਸਰਕਾਰਾਂ ਵੱਲੋਂ ਕਰੋਨਾ ਤੋਂ ਮੁਕਤੀ ਪਾ ਰਹੇ ਜ਼ਿਲ੍ਹਿਆਂ ਦਾ ਜ਼ਿਕਰ ਕਰ ਆਪਣੀ ਪਿੱਠ ਥਾਪੜੀ ਗਈ, ਪਰ ਹਾਲਾਤ ਨੇ ਅਜਿਹੀ ਕਰਵਟ ਲਈ ਕਿ 9 ਜੂਨ ਨੂੰ ਸੂਬੇ ਦੇ ਵਿੱਚ ਸਿਰਫ ਇੱਕ ਹੀ ਜ਼ਿਲ੍ਹਾ ਅਜਿਹਾ ਹੈ ਜੋ ਕਰੋਨਾ ਮੁਕਤ ਹੈ। 29 ਮਈ ਨੂੰ ਪੰਜਾਬ ਦੇ ਵਿੱਚ 2197 ਕਰੋਨਾ ਪੋਜ਼ਿਟਿਵ ਕੇਸ ਸਨ। ਤਕਰੀਬਨ 10 ਦਿਨ ਬਾਅਦ ਯਾਨੀ ਕਿ 8 ਜੂਨ ਨੂੰ ਕਰੋਨਾ ਪੋਜ਼ਿਟਿਵ ਕੇਸਾਂ ਦਾ ਇਹ ਆંકੜਾ 2663 ਹੋ ਗਿਆ। 10 ਦਿਨਾਂ ਦੇ ਵਿੱਚ 446 ਕਰੋਨਾ ਪੋਜ਼ਿਟਿਵ ਨਵੇਂ ਕੇਸ ਸਾਹਮਣੇ ਆਏ। 1 ਜੂਨ ਨੂੰ ਪੰਜਾਬ ਦੇ ਵਿੱਚ 2301 ਮਰੀਜ਼ ਸਨ ਅਤੇ ਇਸ ਦਿਨ 38 ਨਵੇਂ ਕਰੋਨਾ ਪੋਜ਼ਿਟਿਵ ਕੇਸ ਸਾਹਮਣੇ ਆਏ। 2 ਜੂਨ ਨੂੰ ਇਹ ਆંકੜਾ 2342 ਹੋ ਗਿਆ ਅਤੇ 41 ਨਵੇਂ ਕਰੋਨਾ ਪੋਜ਼ਿਟਿਵ ਕੇਸ ਦਰਜ ਕੀਤੇ ਗਏ। 2376 ਕਰੋਨਾ ਪੋਜ਼ਿਟਿਵ ਕੇਸ ਹੋ ਗਏ ਅਤੇ ਇਸ ਦਿਨ 34 ਨਵੇਂ ਕੇਸ ਰਿਕਾਰਡ ਕੀਤੇ ਗਏ। 4 ਜੂਨ ਨੂੰ 2415 ਕਰੋਨਾ ਪੋਜ਼ਿਟਿਵ ਕੇਸ ਹੋ ਗਏ ਅਤੇ ਇਸ ਦਿਨ 39 ਕਰੋਨਾ ਪੋਜ਼ਿਟਿਵ ਕੇਸ ਨਵੇਂ ਸਾਹਮਣੇ ਆਏ ਸਨ। 5 ਜੂਨ ਨੂੰ ਇਹ ਆંકੜਾ 2461 ਹੋ ਗਿਆ ਅਤੇ ਇੱਕ ਦਿਨ ਦੇ ਵਿੱਚ 46 ਕਰੋਨਾ ਨਵੇਂ ਪੋਜ਼ਿਟਿਵ ਕੇਸ ਦਰਜ ਕੀਤੇ ਗਏ ਸਨ। 6 ਜੂਨ ਨੂੰ 2515 ਕਰੋਨਾ ਪੋਜ਼ਿਟਿਵ ਕੇਸ ਸਨ ਅਤੇ 54 ਨਵੇਂ ਕੇਸ ਦਰਜ ਕੀਤੇ ਗਏ ਸਨ। 7 ਜੂਨ ਨੂੰ 2608 ਕਰੋਨਾ ਪੋਜ਼ਿਟਿਵ ਕੇਸ ਪੰਜਾਬ ਦੇ ਵਿੱਚ ਹੋ ਗਏ ਅਤੇ ਇਸ ਦਿਨ ਸਭ ਤੋਂ ਵੱਧ 93 ਕਰੋਨਾ ਪੋਜ਼ਿਟਿਵ ਨਵੇਂ ਕੇਸ ਦਰਜ ਕੀਤੇ ਗਏ। 8 ਜੂਨ ਨੂੰ 55 ਨਵੇਂ ਕੇਸਾਂ ਦੇ ਨਾਲ ਕੁੱਲ ਕਰੋਨਾ ਪੋਜ਼ਿਟਿਵ ਕੇਸ 2663 ਹੋ ਗਏ। ਸਰਕਾਰਾਂ ਵੀ ਮੰਨ ਚੁੱਕੀਆਂ ਨੇ ਕਿ ਕਰੋਨਾ ਦੇ ਕੇਸ ਵਧਣਗੇ ਕਿਉਂਕਿ ਲੋਕਡਾਊਨ ਜੋ ਖੁੱਲਿਆ। सूबे के सेहत मंत्री की दलील है कि लॉकडाउन खुलना भी जरूरी है क्योंकि होर कोई चारा नहीं है कि भी मैं आपको पहले भी बोला है कि भी केस बढ़ सकते हैं और भी बढ़ सकते हैं, क्योंकि अब हमारे पास कोई और तरीका नहीं बचा कि हम जो लॉकडाउन कितने करके रखेंगे, लोगों को कितने बंद करके रखेंगे। और जो बिजनेसमैन है वो बेचारा बुरी तरह हराश हुआ है, हताश हुए हैं इस वे, और जो उनके साथ काम करते हैं वो लोगों का हैंड टू माउथ हो गया है। लॉकडाउन तो खोलना पड़ेगा। पर दूसरी बात है कि जो हमारे पास प्रिपरेशन हमारी पूरी है, कोई बात नहीं केस बढ़ जाए, कोई बड़ी बात नहीं है, लेकिन केस डिटेक्ट होना सबसे बड़ी ज़रूरी है। जितने केस डिटेक्ट होगा हम उनका इलाज कर सकते हैं, लेकिन उसके लिए हमारे पास काफ़ी अच्छा स्ट्रक्चर हमने खड़ा काम कर लिया है। तो कोई चिंता वाली बात है जैसे कि आप इस सब के चलते हुए परहेज रखें, एहतियात बरतें कि जो गाइडलाइन जारी किए हैं उसकी पालना करें, तभी आप जाके अपना एक अपनी सेहत बचा सकते हैं। आज ज़रूरी है कि हम काम भी करते रहें तो प्लस अपना इससे बचाव भी करें, और हमको सबको जीना सीखना पड़ेगा कि कोरोना के चलते हुए कैसे अपना जीवन चलाना है, कैसे अपना काम करना है, कैसे हमें सोशल डिस्टेंस बना कर रखना है, वो सारी चीज़ें फॉलो करनी पड़ेंगी। लेकिन पूरे वार्ड में लॉकडाउन खुल गया है, सब जगह पे काम चल रहे हैं, तो हमको भी अपनी इकॉनमी को स्ट्रॉन्ग करने के लिए चलाना पड़ेगा। ਵਧੇ ਨੇ ਕੇਸ, ਥੋੜੇ ਵਧੇ ਨੇ। ਜਦੋਂ ਅਸੀਂ ਖੋਲ੍ਹਿਆ ਉਹ ਥੋੜੇ ਕੇਸ ਸਾਡੇ ਜ਼ਰੂਰ ਵਧ ਰਹੇ ਨੇ। ਸੋ ਸਭ ਤੋਂ ਪਹਿਲਾਂ ਤਾਂ ਸੈਂਪਲਿੰਗ ਜਿਹੜੀ ਆ ਅਸੀਂ ਵਧਾ ਰਹੇ। ਅੱਜ ਫੈਸਲਾ ਕੀਤਾ ਕਮ ਸੇ ਕਮ 1200 ਜਿਹੜੇ ਨੇ ਉਹ ਸੈਂਪਲ ਡੇਲੀ ਲਏ ਜਾਣ, ਉਹਦੇ ਟੈਸਟ ਹੋਣ, ਤਾਂ ਕਿ ਸਾਨੂੰ ਪ੍ਰੋਪਰ ਪਤਾ ਚੱਲ ਸਕੇ ਕਿ ਕਿੰਨੇ ਕੇਸ ਜਿਹੜੇ ਇਹਨਾਂ ਜੋ ਪੋਜ਼ਿਟਿਵ ਆ ਰਹੇ। दावा होया है कि जेकर केस वधणगे तां काबू करन लई सरकारी बंदोबस्त भी दुरुस्त ने। ਅੰਮ੍ਰਿਤਸਰ ਜ਼ਿਲ੍ਹਾ ਸੂਬੇ ਦਾ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਾ ਹੈ। ਸ਼ਰਤਾਂ ਵਾਲੀਆਂ ਰਾਹਤਾਂ ਇੱਥੇ ਵੀ ਜਦੋਂ ਦੀਆਂ ਲਾਗੂ ਹੋਈਆਂ ਨੇ ਉਦੋਂ ਦੇ ਹਾਲਾਤ ਵਿਗੜੇ ਨੇ ਤਾਂ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਲੋਕਾਂ ਦੇ ਹਿੱਤ 'ਚ ਖੁੱਲ੍ਹ ਵਾਲਾ ਫੈਸਲਾ ਲਿਆ ਗਿਆ ਸੀ ਅਤੇ ਜੇਕਰ ਹਾਲਾਤ ਬੇਕਾਬੂ ਹੋਣ ਦੇ ਅਸਾਰ ਨਜ਼ਰ ਆਏ ਤਾਂ ਫੈਸਲਾ ਪਲਟ ਦਿੱਤਾ ਜਾਏਗਾ। ਜਿਹੜੇ ਏਰੀਏ 'ਚ ਥੋੜੇ ਬਹੁਤੇ ਕੇਸ ਵਧੇ ਨੇ ਉਹ ਅਸੀਂ ਉੱਥੇ ਥੋੜੇ ਜਿਹੜੇ ਨੇ ਉਹ ਬੰਦ ਵੀ ਕੀਤੇ ਨੇ। ਸੋ ਜ਼ਿਆਦਾ ਨਹੀਂ ਕੀਤੇ ਅਜੇ, ਬਿਲਕੁਲ ਥੋੜੇ ਏਰੀਏ ਜਿੰਨਾ ਏਰੀਆ 'ਚ ਹੋਇਆ ਉਹ ਬੰਦ ਕੀਤੇ ਨੇ ਅਸੀਂ। ਕੋਈ ਜ਼ਿਆਦਾ ਲੰਮਾ ਚੌੜਾ ਨਹੀਂ ਅਸੀਂ ਬੰਦ ਕੀਤਾ। ਸੇਫਟੀ ਵਾਸਤੇ ਤਾਂ ਫਿਰ ਸਾਰਾ ਕੁਝ ਕਰਨਾ ਪੈਂਦਾ ਸੀ। ਸੋ ਪਹਿਲੋਂ ਜੇ ਲੋਕ ਠੀਕ ਨੇ ਤੇ ਫਿਰ ਸਾਰਾ ਸਿਸਟਮ ਠੀਕ ਆ। ਜੇ ਕੋਈ ਇਹੋ ਜਿਹਾ ਸਟੈਪ ਲੈਣਾ ਵੀ ਪੈਂਦਾ ਸਰਕਾਰ ਨੂੰ, ਪ੍ਰਸ਼ਾਸਨ ਨੂੰ, ਫਿਰ ਜ਼ਰੂਰ ਕੁਛ ਨਾ ਕੁਛ ਕੀਤਾ ਜਾਏਗਾ।
ਪਰ ਸਾਨੂੰ ਸਭ ਤੋਂ ਪਹਿਲਾਂ ਲੋਕਾਂ ਦੀ ਸੇਫਟੀ ਹੈ। ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ। ਅਸੀਂ ਅੱਜ ਵੀ ਇਹ ਗੱਲ ਕਹਿੰਦੇ ਹਾਂ, ਘਬਰਾਉਣ ਦੀ ਲੋੜ ਨਹੀਂ, ਧਿਆਨ ਰੱਖਣ ਦੀ ਲੋੜ ਆ। ਸੋ ਥੋੜਾ ਬਚ ਕੇ ਰਹਿਣਾ ਚਾਹੀਦਾ। ਡਿਸਟੈਂਸ ਕਿਆ ਸਾਡੀ ਐਡਵਾਈਜ਼ਰੀ ਹੈ ਸਰਕਾਰਾਂ ਦੀ, ਕਮ ਸੇ ਕਮ ਬਹੁਤਾ ਨਹੀਂ ਤੇ ਮੀਟਰ 2 ਮੀਟਰ ਦੇ ਫਾਸਲੇ ਨਾਲ ਰਹਿਣਾ ਚਾਹੀਦਾ। ਮਾਸਕ ਸਾਰਿਆਂ ਨੂੰ ਪਾ ਕੇ ਰੱਖਣਾ ਚਾਹੀਦਾ। ਸੋ ਇਹ ਚੀਜ਼ਾਂ ਜਿਹੜੀਆਂ ਨੇ ਲੋਕਾਂ ਨੂੰ ਅਸੀਂ ਕਹਿ ਰਹੇ ਹਾਂ, ਲੋਕਾਂ ਨੂੰ ਆਪ ਧਿਆਨ ਰੱਖਣਾ ਚਾਹੀਦਾ। ਸੋ ਇਹ ਅਸੀਂ ਸਾਡਾ ਪ੍ਰਸ਼ਾਸਨ ਵੇਖ ਰਿਹਾ। ਸੋ ਜਿੱਥੇ ਜਿੱਥੇ ਕਿਤੇ ਲੋੜ ਪਏਗੀ, ਜੇ ਬੰਦ ਕਰਾਉਣ ਦੀ ਵੀ ਲੋੜ ਪਏਗੀ, ਅਸੀਂ ਜ਼ਰੂਰ। ਖੁੱਲ੍ਹ ਤਾਂ ਦਿੱਤੀ ਗਈ ਹੈ, ਪਰ ਇਹ ਰਾਹਤ ਜ਼ਿੰਦਗੀ ਦਾ ਰਾਹ ਨਾ ਰੋਕ ਲਏ। ਇਸੇ ਲਈ ਕਿਸੇ ਵੀ ਅਣਗਹਿਲੀ ਦੀ ਗੁੰਜਾਇਸ਼ ਨਹੀਂ ਹੈ। ਹੁਣ ਰੁਕਦੇ ਇੱਕ ਹੋਰ ਛੋਟੇ ਜਿਹੇ ਬ੍ਰੇਕ ਲਈ। ਦੁਨੀਆ ਦੇ ਕਈ ਵੱਡੇ ਦੇਸ਼ ਕੋਰੋਨਾ ਅੱਗੇ ਗੋਡੇ ਟੇਕ ਚੁੱਕੇ ਨੇ। ਤਾਕਤਵਰ ਮੁਲਕ ਅਮਰੀਕਾ ਸਭ ਤੋਂ ਵੱਧ ਪ੍ਰਭਾਵਿਤ ਹੈ, ਜਿਸ ਤੋਂ ਬਾਅਦ ਬ੍ਰਾਜ਼ੀਲ ਅਤੇ ਰੂਸ ਕੋਰੋਨਾ ਦੇ ਕਹਿਰ ਦਾ ਸਾਹਮਣਾ ਕਰ ਰਹੇ ਨੇ। 72 ਲੱਖ ਤੋਂ ਵੱਧ ਲੋਕ, 200 ਤੋਂ ਵੱਧ ਮੁਲਕ ਅਤੇ ਇੱਕ ਬਿਮਾਰੀ ਕੋਰੋਨਾ, ਜਿਸ ਨੇ ਕੁਝ ਹੀ ਮਹੀਨਿਆਂ 'ਚ ਦੁਨੀਆ ਨੂੰ ਆਪਣੇ ਪੰਜੇ 'ਚ ਅਜਿਹਾ ਜਕੜਿਆ ਕਿ ਵੱਡੇ ਮੁਲਕ ਵੀ ਇਸ ਜਾਲ 'ਚੋਂ ਨਿਕਲਣ ਦੀਆਂ ਜੁਗਤਾਂ ਕੜ-ਕੜ ਹੰਭ ਗਏ। ਪਰ ਅਜੇ ਤੱਕ ਕੋਈ ਹੱਲ ਨਹੀਂ ਲੱਭਿਆ ਅਤੇ ਹਾਲਾਤ ਬਦ ਤੋਂ ਬੱਤਰ ਹੁੰਦੇ ਜਾ ਰਹੇ ਨੇ। ਨਿਤ ਪੀੜਿਤ ਵੱਧਦੇ ਨੇ, ਮੌਤਾਂ ਦਾ ਅੰਕੜਾ ਪਹਾੜ ਜਿੱਡਾ ਹੋਈ ਜਾਂਦਾ ਹੈ। ਇਸੇ ਨਾਲ ਹੁੰਦਾ ਹੈ ਫਿਕਰ 'ਚ ਇਜ਼ਾਫਾ। ਵਿਸ਼ਵ ਸਿਹਤ ਸੰਗਠਨ WHO ਨੇ ਦੋ ਟੁਕ ਕਹਿ ਦਿੱਤਾ ਹੈ ਕਿ ਕੋਰੋਨਾ ਕਰਕੇ ਹਾਲਾਤ ਗੰਭੀਰ ਹੋਣਗੇ ਅਤੇ ਕੋਰੋਨਾ ਇੰਨੀ ਜਲਦੀ ਦੁਨੀਆ ਦਾ ਪਿੱਛਾ ਨਹੀਂ ਛੱਡੇਗਾ। ਤਾਜ਼ਾ ਅੰਕੜਿਆਂ ਦੇ ਮੁਤਾਬਿਕ ਦੁਨੀਆ ਭਰ 'ਚੋਂ 72,16,000 ਤੋਂ ਵੱਧ ਕੋਰੋਨਾ ਪੋਜ਼ਿਟਿਵ ਕੇਸ ਸਾਹਮਣੇ ਆਏ ਨੇ। 4,09,000 ਤੋਂ ਵੱਧ ਲੋਕਾਂ ਨੇ ਕੋਰੋਨਾ ਕਰਕੇ ਆਪਣੀ ਜਾਨ ਗਵਾਈ ਹੈ। ਹਾਲਾਂਕਿ 35,52,000 ਤੋਂ ਵੱਧ ਲੋਕਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ ਹੈ। ਪਿਛਲੇ 10 ਦਿਨਾਂ ਦੇ ਵਿੱਚੋਂ 9 ਦਿਨਾਂ 'ਚ ਰੋਜ਼ਾਨਾ 1 ਲੱਖ ਤੋਂ ਵੱਧ ਕੇਸ ਰਿਪੋਰਟ ਕੀਤੇ ਗਏ ਨੇ। 7 ਜੂਨ ਯਾਨੀ ਕਿ ਐਤਵਾਰ ਨੂੰ ਹੁਣ ਤੱਕ ਦੇ ਸਭ ਤੋਂ ਵੱਧ ਕੇਸ ਸਾਹਮਣੇ ਆਏ ਨੇ। ਕੋਰੋਨਾ ਵਾਇਰਸ ਦੇ 1,36,000 ਨਵੇਂ ਕੇਸ ਰਿਪੋਰਟ ਹੋਏ। 75% ਕੇਸ 10 ਦੇਸ਼ਾਂ ਤੋਂ ਸਾਹਮਣੇ ਆਏ ਨੇ। ਅਮਰੀਕਾ ਅਤੇ ਦੱਖਣੀ ਏਸ਼ੀਆ ਸਭ ਤੋਂ ਵੱਧ ਪ੍ਰਭਾਵਿਤ ਨੇ। Almost 7 million cases of COVID-19 have now been reported to WHO and almost 400,000 deaths. Although the situation in Europe is improving, globally it's worsening. More than 100,000 cases have been reported on 9 of the past 10 days. Yesterday, more than 136 cases were reported, the most in a single day so far. Almost 75% of yesterday's cases come from 10 countries, mostly in the Americas and South Asia. Most countries in the African region are still experiencing an increase in the number of COVID-19 cases, with some reporting cases in new geographic areas, although most countries in the region have less than 1,000 cases. We also see increasing numbers of cases in parts of Eastern Europe and Central Asia. ਵਿਸ਼ਵ ਸਿਹਤ ਸੰਗਠਨ ਦਾ ਦਾਅਵਾ ਹੈ ਕਿ ਯੂਰਪ ਦੇ ਬਾਅਦ ਹੁਣ ਅਮਰੀਕਾ ਕੋਰੋਨਾ ਦਾ ਐਪੀਸੈਂਟਰ ਬਣ ਗਿਆ। ਸਭ ਤੋਂ ਵੱਧ ਕੇਸਾਂ ਦੇ ਮਾਮਲੇ 'ਚ ਅਮਰੀਕਾ ਤੋਂ ਬਾਅਦ ਦੂਜੇ ਨੰਬਰ ਤੇ ਲੈਟਿਨ ਅਮਰੀਕਾ ਦਾ ਦੇਸ਼ ਬ੍ਰਾਜ਼ੀਲ ਹੈ, ਜਿੱਥੇ 7 ਲੱਖ ਤੋਂ ਵੱਧ ਮਾਮਲੇ ਨੇ ਅਤੇ ਇਸ ਤੋਂ ਬਾਅਦ ਨੰਬਰ ਆਉਂਦਾ ਹੈ ਰੂਸ ਅਤੇ ਭਾਰਤ ਦਾ। ਅਮਰੀਕਾ ਦੇ ਵਿੱਚ ਹੁਣ ਤੱਕ ਕੋਰੋਨਾ ਕਰਕੇ 1,13,061 ਲੋਕ ਜਾਨ ਗਵਾ ਚੁੱਕੇ ਨੇ, ਜਦੋਂ ਕਿ ਪੋਜ਼ਿਟਿਵ ਕੇਸ ਨੇ 20,26,597। ਬ੍ਰਾਜ਼ੀਲ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ। ਇੱਥੇ ਕੋਰੋਨਾ ਕਰਕੇ 37,312 ਮੌਤਾਂ ਹੋਈਆਂ ਨੇ, ਜਦੋਂ ਕਿ ਪੋਜ਼ਿਟਿਵ ਕੇਸਾਂ ਦਾ ਅੰਕੜਾ 7,10,887 ਹੈ। ਰਸ਼ੀਆ ਦੇ ਵਿੱਚ ਕੋਰੋਨਾ ਕਰਕੇ 6,142 ਲੋਕਾਂ ਦੀ ਮੌਤ ਹੋਈ ਹੈ, ਜਦੋਂ ਕਿ ਪੋਜ਼ਿਟਿਵ ਕੇਸ 4,85,253 ਨੇ।
ਸਪੇਨ ਦੇ ਵਿੱਚ 27,136 ਮੌਤਾਂ ਹੋਈਆਂ ਨੇ, ਜਦੋਂ ਕਿ 2,88,797 ਪੋਜ਼ਿਟਿਵ ਕੇਸ ਨੇ। ਯੂਕੇ ਦੇ ਵਿੱਚ ਕਰੋਨਾ ਕਰਕੇ ਹੋਣ ਵਾਲੀਆਂ ਮੌਤਾਂ ਦਾ ਅੰਕੜਾ 40,597 ਹੈ, ਜਦੋਂ ਕਿ ਪੋਜ਼ਿਟਿਵ ਕੇਸ 2,87,399 ਨੇ। ਅਤੇ 6ਵੇਂ ਨੰਬਰ ਤੇ ਭਾਰਤ ਹੈ। ਭਾਰਤ ਦੇ ਵਿੱਚ ਕਰੋਨਾ ਕਰਕੇ 7,478 ਲੋਕਾਂ ਨੇ ਜਾਨ ਗਵਾਈ ਹੈ, ਜਦੋਂ ਕਿ ਪੋਜ਼ਿਟਿਵ ਕੇਸਾਂ ਦਾ ਅੰਕੜਾ 2,67,249 ਹੈ। ਇਟਲੀ ਦੇ ਵਿੱਚ 33,964 ਲੋਕਾਂ ਦੀ ਕਰੋਨਾ ਕਰਕੇ ਮੌਤ ਹੋਈ ਹੈ, ਜਦੋਂ ਕਿ ਪੋਜ਼ਿਟਿਵ ਕੇਸ 2,35,278 ਨੇ। ਪੇਰੂ ਦੇ ਵਿੱਚ 5,571 ਲੋਕਾਂ ਦੀ ਕਰੋਨਾ ਕਰਕੇ ਮੌਤ ਹੋਈ ਹੈ। 1,99,696 ਲੋਕ ਕਰੋਨਾ ਨਾਲ ਪੀੜਤ ਹੁਣ ਤੱਕ ਸਾਹਮਣੇ ਆ ਚੁੱਕੇ ਨੇ। ਜਰਮਨੀ ਦੇ ਵਿੱਚ ਕਰੋਨਾ ਕਰਕੇ ਜਾਨ ਗਵਾਉਣ ਵਾਲਿਆਂ ਦਾ ਅੰਕੜਾ 8,792 ਹੈ, ਜਦੋਂ ਕਿ ਪੋਜ਼ਿਟਿਵ ਕੇਸ 1,86,233 ਨੇ। ਤਾਂ ਉਧਰ ਈਰਾਨ ਦੇ ਵਿੱਚ ਮੌਤਾਂ ਦਾ ਅੰਕੜਾ 8,351 ਹੈ, ਪੋਜ਼ਿਟਿਵ ਕੇਸ 1,73,832 ਨੇ। ਇਹ ਤਾਂ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਨੇ, ਪਰ ਕੁਝ ਦੇਸ਼ਾਂ 'ਚ ਹਾਲਾਤ ਸੁਧਰੇ ਵੀ ਨੇ, ਪਰ ਸੁਧਰੇ ਹਾਲਾਤ ਬਰਕਰਾਰ ਰੱਖਣਾ ਇੱਥੇ ਵੱਡੀ ਚੁਣੌਤੀ ਬਣੀ ਹੋਈ ਹੈ। At the same time, we're encouraged that several countries around the world are seeing positive signs. In these countries, the biggest threat now is complacency. Results from studies to see how much of the population has been exposed to the virus show that most people globally are still susceptible to infection. We continue to urge active surveillance to ensure the virus does not rebound, especially as mass gatherings of all kinds are starting to resume in some countries. ਦੁਨੀਆ ਨੂੰ ਕਰੋਨਾ ਨੇ ਕਿਸ ਕਦਰ ਹਾਲੋ ਬੇਹਾਲ ਕੀਤਾ, ਇਹ ਤਾਂ ਆંકੜੇ ਬਿਆਨ ਕਰ ਰਹੇ ਨੇ। ਇੱਕ ਪਾਸੇ ਤਾਂ ਹਾਲਾਤੇ ਜੰਗ ਜਾਰੀ ਹੈ, ਤਾਂ ਉਧਰ ਪ੍ਰਭਾਵਿਤ ਦੇਸ਼ਾਂ ਦੇ ਵਿੱਚ ਲੋਕਡਾਊਨ ਮਗਰੋਂ ਮੁੜ ਤੋਂ ਜ਼ਿੰਦਗੀ ਪਟੜੀ ਤੇ ਲਿਆਉਣ ਦੀ ਜੱਦੋ-ਜਹਿਦ ਵੀ ਚੱਲ ਰਹੀ ਹੈ। ਫਿਲਹਾਲ ਦੇ ਲਈ ਇੰਨਾ ਹੀ। ਦੇਸ਼ ਦੁਨੀਆ ਦੀਆਂ तमाम ਖਬਰਾਂ ਵੇਖਣ ਲਈ ਤੁਸੀਂ ਵੇਖਦੇ ਰਹੋ ABP ਸਾਂਝਾ।